ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਨਵੇਂ ਖੇਤੀ ਕਾਨੂੰਨ ਤਿੰਨ ਨਵੇਂ ਖੇਤੀ ਕਾਨੂੰਨ ਜੋ ਪਾਸ ਕੀਤੇ ਨੇ, ਜਿਨ੍ਹਾਂ ਨੂੰ ਕਿ ਕਾਲੇ ਕਾਨੂੰਨ ਵੀ ਕਿਹਾ ਜਾਂਦਾ, ਉਹਨਾਂ ਬਾਰੇ ਗੱਲ ਕਰਾਂਗੇ ਕਿ ਸਾਡੇ ਲਈ ਕਿਵੇਂ ਮਾਰੂ ਨੇ। ਤੇ ਜੇ ਸਰਕਾਰ ਵਾਕਈ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੀ ਆ ਤਾਂ ਸਰਕਾਰ ਨੂੰ ਇਹਨਾਂ ਨੂੰ ਰੱਦ ਕਰਕੇ ਹੋਰ ਕਿਸਾਨਾਂ ਲਈ ਕੀ ਕਰਨਾ ਚਾਹੀਦਾ, ਉਹਦੇ ਬਾਰੇ ਵੀ ਗੱਲ ਕਰਾਂਗੇ। ਸੋ ਸਾਰਿਆਂ ਤੋਂ ਪਹਿਲਾਂ ਤਾਂ ਜੋ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੇ ਲੀਡਰ ਸਾਹਿਬਾਨ ਨੇ ਤੇ ਸਾਡੇ ਪੰਜਾਬੀ ਵੀਰ, ਸੋ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਗੋਦੀ ਮੀਡੀਆ ਸਾਡੀ ਗੱਲ ਸੁਣੇ ਜਾਂ ਨਾ ਸੁਣੇ, ਪਰ ਸਾਡੀ ਗੱਲ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਪਹੁੰਚ ਚੁੱਕੀ ਹੈ। ਸਾਰੇ ਪਾਸੇ ਇਸ ਅੰਦੋਲਨ ਦੀ ਚਰਚਾ ਹੋ ਰਹੀ ਆ ਕਿ ਇੰਨਾ ਵੱਡਾ ਅੰਦੋਲਨ ਬਹੁਤ ਹੀ ਪੀਸਫੁਲੀ ਤੇ ਸਿਸਟਮੈਟਿਕ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਚੱਲ ਰਿਹਾ। ਸੋ ਇਸ ਗੱਲ ਲਈ ਸਾਰੇ ਜਾਣੇ ਵਧਾਈ ਦੇ ਪਾਤਰ ਨੇ। ਸੋ ਆਪਾਂ ਗੱਲ ਕਰਦਾ, ਮੈਂ ਜਿਹੜਾ ਪਹਿਲਾ ਐਕਟ ਹੈਗਾ ਸਰਕਾਰ ਨੇ ਪਾਸ ਕੀਤਾ, ਪਹਿਲਾ ਕਾਲਾ ਕਾਨੂੰਨ। ਸਰਕਾਰ ਪਹਿਲੇ ਕਾਨੂੰਨ ਦੇ ਅਕੋਰਡਿੰਗ ਦੇਸ਼ ਦੇ ਵਿੱਚ ਇੱਕ ਮੰਡੀ ਬਣਾਉਣ ਜਾ ਰਹੀ ਹੈ, ਇੱਕ ਪ੍ਰਾਈਵੇਟ ਮੰਡੀ ਬਣਾਉਣ ਜਾ ਰਹੀ ਹੈ। ਇੱਕ ਦੇਸ਼ ਇੱਕ ਮੰਡੀ ਦੀ ਗੱਲ ਕਰਦੇ ਨੇ। ਸੋ ਇਸ ਪ੍ਰਾਈਵੇਟ ਮੰਡੀ ਦੇ ਕਰਕੇ ਜਿਹੜੀ ਸਾਡੀ ਸਰਕਾਰੀ ਮੰਡੀ ਹੈ, ਜਿਹੜੀ ਆਲਰੇਡੀ ਟੈਸਟਡ ਹੈ ਨਾ, ਉਹ ਮੰਡੀ ਨੂੰ ਖਤਮ ਹੋਣ ਦਾ ਖਤਰਾ ਪੈਦਾ ਹੋ ਗਿਆ। ਸੋ ਇਸ ਖਤਰੇ ਨੂੰ ਸਮਝਣ ਦੇ ਲਈ ਆਪਾਂ ਇੱਕ ਨਿੱਕੀ ਜਿਹੀ ਉਦਾਹਰਣ ਲੈ ਲੈਂਦੇ ਹਾਂ ਕਿ ਆ ਪਿੱਛੇ ਜੇ ਰਿਲਾਇੰਸ ਜੀਓ ਕੰਪਨੀ ਸਟਾਰਟ ਹੋਈ ਆ, ਹੈ ਨਾ, ਅੱਜ ਦੀ ਡੇਟ ਦੇ ਵਿੱਚ ਉਹਦੇ ਵਿੱਚ ਫੇਸਬੁੱਕ, ਗੂਗਲ ਵਰਗੀਆਂ ਕੰਪਨੀਆਂ ਨੇ 40-40 ਹਜ਼ਾਰ ਕਰੋੜ ਰੁਪਏ ਆ ਜਿਹੜੇ ਇਨਵੈਸਟ ਕਰਤੇ ਆ। ਸੋ ਐਗਜ਼ਾਮਪਲ ਲੈਂਦੇ ਹਾਂ ਕਿ ਆਪਾਂ BSNL ਦੀ ਤੇ ਜੀਓ ਦੀ। ਸੋ BSNL ਆਪਾਂ ਨੂੰ ਪਤਾ ਕਿ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਸੀ ਅੱਜ ਤੋਂ ਕੁਝ ਸਾਲ ਪਹਿਲਾਂ, ਬਟ ਅੱਜ ਦੀ ਡੇਟ ਦੇ ਵਿੱਚ ਬੰਦ ਹੋਣ ਦੀ ਤਦਾਰ ਤੇ ਖੜੀ ਆ। ਕਰਮਚਾਰੀਆਂ ਦੀਆਂ ਸੈਲਰੀਜ਼ ਨਹੀਂ ਨਿਕਲ ਰਹੀਆਂ, ਫਾਇਰ ਕੀਤਾ ਜਾ ਰਿਹਾ ਉਹਨਾਂ ਨੂੰ। ਸੋ ਉਹਦੇ ਪਿੱਛੇ ਰੀਜ਼ਨ ਕੀ ਸੀਗਾ ਕਿ ਜਿਵੇਂ ਜੀਓ ਆਈ, ਜੀਓ ਨੇ ਫ੍ਰੀ ਦੇ ਵਿੱਚ ਸਿਮ ਵੰਡੇ, ਡਾਟਾ ਦਿੱਤਾ, ਬਟ ਕੁਐਸਚਨ ਹੈਗਾ ਇੱਥੇ ਕਿ ਕੀ ਅੱਜ ਦੀ ਡੇਟ ਦੇ ਵਿੱਚ ਸਾਨੂੰ ਜੀਓ ਫ੍ਰੀ ਡਾਟਾ ਦੇ ਰਿਹਾ? ਨਹੀਂ, ਚਾਰਜ ਕਰ ਰਿਹਾ। ਸੋ ਉਸੇ ਤਰ੍ਹਾਂ ਹੀ ਇਹ ਸੇਮ ਸਿਨੈਰੀਓ ਜਿਹੜਾ ਹੈਗਾ APF, ਜਿਹੜੀਆਂ ਆਪਣੀ ਇਹ ਸਰਕਾਰੀ ਮੰਡੀ ਆ, APMC ਐਕਟ ਦੇ ਅੰਡਰ ਆਉਂਦੀ ਆ, ਜਿਹੜੀ ਪ੍ਰਾਈਵੇਟ ਮੰਡੀ ਸਰਕਾਰ ਬਣਾਉਣ ਜਾ ਰਹੀ ਆ, ਇਹਨਾਂ ਦੇ ਵਿੱਚ ਇਹ ਸਿਨੈਰੀਓ ਸੇਮ ਸਿਨੈਰੀਓ ਆ। ਉਹ ਕਿਵੇਂ ਆ? ਜਿਹੜੀ APMC ਮੰਡੀ ਆ ਉਹ ਹੌਲੀ ਹੌਲੀ ਅੱਜ ਦੀ, ਜੇ ਆਪਾਂ ਕਹੀਏ ਕਿ ਅੱਜ ਹੀ ਬੰਦ ਹੋ ਜੂ, ਅੱਜ ਨਹੀਂ ਬੰਦ ਹੋਊਗੀ। ਜਿਵੇਂ BSNL ਹੌਲੀ ਹੌਲੀ ਬੰਦ ਹੋਣ ਦੀ ਕਗਾਰ ਤੇ ਆ ਗਈ, ਉਵੇਂ ਸਾਡੀ ਜਿਹੜੀ ਇਹ ਸਰਕਾਰੀ ਮੰਡੀ ਆ ਇਹ ਬੰਦ ਹੋਣ ਦੀ ਕਗਾਰ ਤੇ ਆ ਜਾਊਗੀ, ਕਿਉਂਕਿ ਇਹਨਾਂ ਕੰਪਨੀਆਂ ਨੇ ਸਟਾਰਟਿੰਗ ਦੇ ਵਿੱਚ ਸਾਨੂੰ ਲਾਲਚ ਦੇਣਾ, ਲੋਕਾਂ ਨੇ ਲਾਲਚ ਦੇ ਵਿੱਚ ਆ ਵੀ ਜਾਣਾ। ਜਦੋਂ BSNL ਜਿਵੇਂ ਕੰਪੀਟੀਸ਼ਨ ਤੋਂ ਬਾਹਰ ਹੋ ਗਈ ਅੱਜ ਦੀ ਡੇਟ ਦੇ ਵਿੱਚ, ਉਵੇਂ APMC ਨੇ ਕੰਪੀਟੀਸ਼ਨ ਦੀ ਦੌੜ ਚੋਂ ਬਾਹਰ ਹੋ ਜਾਣਾ, ਕਿਉਂਕਿ ਪ੍ਰਾਈਵੇਟ ਕੰਪਨੀਆਂ ਨੇ ਸਟਾਰਟਿੰਗ ਦੇ ਵਿੱਚ ਸਾਨੂੰ ਵਧੀਆ ਸਰਵਿਸ ਦੇਣੀ ਹੈ, ਰਾਈਟ। ਤੇ ਹੌਲੀ ਹੌਲੀ APMC ਮੰਡੀ ਜਿਹੜੀ ਬੰਦ ਹੋ ਜੂਗੀ, ਬਟ ਇਹਦਾ ਬਹੁਤ ਵੱਡਾ ਇੰਪੈਕਟ ਪੈਣਾ। ਜਿਹੜੀਆਂ APMC ਸਾਡੀ ਸਰਕਾਰੀ ਮੰਡੀ ਆ, ਇਹਦੇ ਵਿੱਚ ਤੁਸੀਂ ਇਹ ਦੇਖੋ ਵੀ ਕਿੰਨੇ ਜਿਹੜੇ ਕਰਮਚਾਰੀ ਨੇ ਕੰਮ ਕਰਦੇ ਨੇ, ਕਿੰਨੇ ਆੜ੍ਹਤੀਏ ਨੇ, ਕਿੰਨੀ ਵੱਡੀ ਲੇਬਰ ਹੈਗੀ ਜਿਹੜੀ ਇਹਦੇ ਵਿੱਚ ਕੰਮ ਕਰਦੀ ਆ, ਉਹ ਸਾਰੀ ਬੇਰੁਜ਼ਗਾਰ ਹੋਊਗੀ। ਕਿਉਂਕਿ ਜਿਹੜੀ ਇਹ ਪ੍ਰਾਈਵੇਟ ਮੰਡੀ ਦੀ ਗੱਲ ਕਰ ਰਹੇ ਨੇ, ਉਹ ਤਾਂ ਇਹ ਕਹਿ ਰਹੇ ਨੇ E-ਟਰੇਡਿੰਗ ਦੀ ਗੱਲ ਕਰ ਰਹੇ ਨੇ, ਔਨਲਾਈਨ ਮੰਡੀ ਦੀ ਗੱਲ ਕਰ ਰਹੇ ਨੇ, ਉਹਦੇ ਵਿੱਚ ਮੈਨ ਪਾਵਰ ਨਹੀਂ ਹੋਊਗੀ। ਸੋ ਇਹ ਸਾਰਿਆਂ ਤੋਂ ਵੱਡਾ ਸਿਨੈਰੀਓ ਇਹ ਆ। ਉਸ ਤੋਂ ਬਾਅਦ ਜਿਹੜਾ MSP ਆ, ਹੁਣ ਸਪੋਜ਼ ਕਰੋ ਕਿ ਜਿਹੜੀ ਸਰਕਾਰੀ ਮੰਡੀ ਆ ਉਹ ਕੰਪੀਟੀਸ਼ਨ ਚੋਂ ਬਾਹਰ ਹੋ ਗਈ ਅੱਜ ਤੋਂ 2-3 ਸਾਲ ਬਾਅਦ। ਉਸ ਤੋਂ ਬਾਅਦ ਜਿਹੜੀਆਂ ਕੰਪਨੀਆਂ ਹੈਗੀਆਂ, ਪ੍ਰਾਈਵੇਟ ਕੰਪਨੀਆਂ, ਉਹਨਾਂ ਨੇ ਕਿਸਾਨਾਂ ਦਾ ਸ਼ੋਸ਼ਣ ਕਰਨਾ ਸਟਾਰਟ ਕਰ ਦੇਣਾ। ਸ਼ੋਸ਼ਣ ਤੋਂ ਮੇਰਾ ਮਤਲਬ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਮੁੱਲ ਨਹੀਂ ਦੇਣਾ। ਉਹਦੇ ਪਿੱਛੇ ਰੀਜ਼ਨ ਕੀ ਹੈਗਾ? ਸਰਕਾਰ ਨੇ ਐਕਟ ਦੇ ਵਿੱਚ MSP, ਮਿਨੀਮਮ ਸਪੋਰਟ ਪ੍ਰਾਈਸ, ਉਹਦਾ ਕੋਈ ਵੇਰਵਾ ਨਹੀਂ ਪਾਇਆ। ਸੋ ਇਹ ਇੱਕ ਬਹੁਤ ਵੱਡਾ ਡਰਾਬੈਕ ਹੈਗਾ, ਕਹਿ ਲਓ। ਇਹ ਸਾਨੂੰ ਸਿਰਫ ਇਕੱਲੇ ਕਣਕ ਅੱਜ ਦੀ ਡੇਟ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਸਿਰਫ ਆਪਾਂ ਨੂੰ ਕਣਕ ਝੋਨੇ ਤੇ ਮਿਲਦੀ ਹੈ, ਬਾਕੀ ਫਸਲਾਂ ਤੇ ਨਹੀਂ ਮਿਲਦੀ। ਮੱਕੀ ਦੀ MSP ਦੀ ਗੱਲ ਕਰ ਲਓ ਜਾਂ ਆਲੂ ਦੀ ਗੱਲ ਕਰ ਲਓ, ਹੈ ਨਾ। ਸੋ ਇਹ ਆਲਰੇਡੀ ਸਾਡੇ ਨਾਲ ਇੱਦਾਂ ਦੇ ਜਿਹੜੀਆਂ ਚੀਜ਼ਾਂ ਹੈਗੀਆਂ ਪੰਜਾਬ ਦੇ ਤੇ ਹਰਿਆਣਾ ਦੇ ਕਿਸਾਨਾਂ ਨੇ ਇਹ ਐਕਸਪੀਰੀਅੰਸ ਕੀਤੀਆਂ। ਸੋ ਤਾਂ ਉਹ ਪ੍ਰੋਟੈਸਟ ਕਰ ਰਹੇ ਨੇ। ਸਰਕਾਰ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ। ਸੋ ਦੂਸਰੀ ਸਾਰਿਆਂ ਤੋਂ ਜਿਹੜੀ ਵੱਡੀ ਗੱਲ ਉਹ ਇਹ ਆ ਕਿ ਅੱਜ ਦੀ ਡੇਟ ਦੇ ਵਿੱਚ ਪੰਜਾਬ ਸਰਕਾਰ ਨੂੰ ਸੈਂਟਰ ਦੀ ਸਰਕਾਰ ਵੱਲੋਂ 3000 ਤੋਂ ਲੈ ਕੇ 5000 ਕਰੋੜ ਰੁਪਇਆ, ਆਲਮੋਸਟ ਜਿੰਨਾ ਕੁ ਮੈਨੂੰ ਆਈਡੀਆ, 3000 ਤੋਂ 5000 ਜਿਹੜਾ ਕਰੋੜ ਰੁਪਇਆ ਹੈਗਾ ਉਹ ਪਿੰਡਾਂ ਦੇ ਵਿਕਾਸ ਲਈ, ਰੂਰਲ ਏਰੀਆ ਡਿਵੈਲਪਮੈਂਟ ਲਈ, ਲਾਈਕ ਜਿਵੇਂ ਮੰਡੀਆਂ ਦੀ ਮੁਰੰਮਤ ਹੋ ਗਈ, ਸੜਕਾਂ ਦੀ ਮੁਰੰਮਤ ਹੋ ਗਈ, ਉਹਦੇ ਲਈ ਆਉਂਦਾ। ਜੇ ਮੰਡੀ ਬੰਦ ਹੁੰਦੀ ਆ ਤਾਂ ਇਹ ਪੈਸਾ ਵੀ ਬੰਦ ਹੋ ਜਾਣਾ। ਸੋ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਇਸ ਚੀਜ਼ ਦਾ ਬਹੁਤ ਵੱਡਾ ਇੰਪੈਕਟ ਪੈਣਾ ਸਟੇਟ ਗੌਰਮੈਂਟ ਦੇ ਉੱਤੇ। ਸੋ ਦੂਸਰੀ ਜਿਹੜੀ ਵੱਡੀ ਗੱਲ ਇਹ ਹੈਗੀ ਕਿ ਸਰਕਾਰ, ਜਿਹੜੀ ਮੋਦੀ ਸਰਕਾਰ ਆ, ਉਹ ਸਿਰਫ ਇੱਕ ਪਹਿਲੂ ਦੱਸ ਰਹੀ ਆ ਕਿ ਕਿਸਾਨ ਆ ਜਿਹੜੇ
ਉਹ ਆਪਣੀ ਫਸਲ ਕਿਸੇ ਵੀ ਰਾਜ ਦੇ ਵਿੱਚ ਜਾ ਕੇ ਵੇਚ ਸਕਦੇ ਨੇ। ਬਟ ਸਰਕਾਰ ਨੂੰ ਇਹ ਚੀਜ਼ ਸ਼ਾਇਦ ਪਤਾ ਨਹੀਂ ਸਰਕਾਰ ਅਣਜਾਣ ਹੈ ਜਾਂ ਲੋਕਾਂ ਨੂੰ ਬੇਵਕੂਫ ਸਮਝ ਰਹੀ ਹੈ ਕਿ ਇਹ ਚੀਜ਼ ਤਾਂ ਆਲਰੇਡੀ ਪਹਿਲਾਂ ਹੈਗੀ ਹੈ। ਜੇ ਆਪਾਂ ਦੇਖ ਗਏ ਕਿ ਕੀ ਸਾਡੀਆਂ ਜਿਹੜੇ ਸਾਡੇ ਕਿਸਾਨ ਭਰਾ ਸਬਜ਼ੀ ਬੀਜਦੇ ਨੇ ਉਹ ਦਿੱਲੀ ਦੇ ਵਿੱਚ ਜਾ ਕੇ ਸਬਜ਼ੀ ਨਹੀਂ ਵੇਚ ਸਕਦੇ, ਅੱਜ ਵੀ ਸਬਜ਼ੀ ਜਾਂਦੀ ਹੈ। ਜੇ ਆਪਾਂ ਦੇਖ ਗਏ ਕਿ ਕਸ਼ਮੀਰ ਦਾ ਜਿਹੜਾ ਸੇਬ ਹੈ ਉਹ ਕੀ ਪੂਰੇ ਦੇਸ਼ ਦੇ ਵਿੱਚ ਨਹੀਂ ਵਿਕਦਾ। ਸੋ ਕਿਤੇ ਵੀ ਕੋਈ ਵੀ ਬੰਦਿਸ਼ ਨਹੀਂ ਹੈਗੀ। ਬਟ ਜਿਹੜਾ ਇਹਦਾ ਦੂਸਰਾ ਪਹਿਲੂ ਆ ਜਿਹ ਤੋਂ ਸਰਕਾਰ ਅਣਜਾਣ ਬਣ ਰਹੀ ਆ ਉਹ ਇਹ ਆ ਕਿ ਸਰਕਾਰ ਨੇ ਇਸ ਐਕਟ ਦੇ ਨਾਲ ਜਿਹੜੀਆਂ ਕਾਰਪੋਰੇਸ਼ਨਸ ਹੈਗੀਆਂ, ਵੱਡੀਆਂ ਕੰਪਨੀਆਂ ਹੈਗੀਆਂ, ਅੰਬਾਨੀ, ਅਡਾਨੀ, ਇਹਨਾਂ ਨੂੰ ਖੁੱਲੀ ਛੂਟ ਦਿੱਤੀ ਆ ਕਿ ਤੁਸੀਂ ਦੇਸ਼ ਦੇ ਕਿਸੇ ਵੀ ਰਾਜ ਦੇ ਵਿੱਚ ਜਾ ਕੇ ਕਿਤੋਂ ਵੀ ਫਸਲ ਖਰੀਦ ਸਕਦੇ ਹੋ ਜੋ ਤੁਹਾਡਾ ਦਿਲ ਕਰਦਾ। ਐਕਚੁਅਲੀ ਜਿਹੜੇ ਤਿੰਨੇ ਐਕਟ ਨੇ ਨਾ ਇਹ ਆਪਸ ਦੇ ਵਿੱਚ ਜੁੜੇ ਹੋਏ ਨੇ। ਇਹਨਾਂ ਨੂੰ ਬਰੀਕੀ ਹੈ ਜਿਹੜੀ ਇਹਨਾਂ ਦੀ ਸਮਝਣੀ ਪੈਣੀ ਆ ਸਾਨੂੰ ਕਿ ਜਿਹੜੇ ਅੰਬਾਨੀ, ਅਡਾਨੀ ਜਾਂ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਕੰਪਨੀਆਂ ਹੈਗੀਆਂ ਇਹਨਾਂ ਨੂੰ ਇੱਕ ਫਰੀਡਮ ਮਿਲ ਗਈ ਇਸ ਐਕਟ ਦੇ ਨਾਲ। ਇਸ ਤੋਂ ਪਹਿਲਾਂ ਕੀ ਸੀਗਾ, ਜੇ ਉਹਨਾਂ ਨੇ ਫਸਲ ਖਰੀਦਣੀ ਸੀ ਤਾਂ ਉਹਨਾਂ ਨੂੰ ਜਿਹੜੀ ਸਰਕਾਰੀ ਮੰਡੀ ਆ, ਜਿਹੜੀ ਸਟੇਟ ਦੀ ਸਰਕਾਰੀ ਮੰਡੀ ਆ ਉਹਦੀ ਅਧੀਨਗੀ ਕਰਨੀ ਪੈਣੀ ਸੀ। ਉਹਦੀਆਂ ਜਿਹੜੀਆਂ ਕੰਡੀਸ਼ਨਸ ਹੈਗੀਆਂ ਉਹ ਫੋਲੋ ਕਰਨੀਆਂ ਪੈਣੀਆਂ ਸੀ। ਕਹਿ ਲਓ ਕਿ ਸਰਕਾਰ ਨੂੰ ਇੱਕ ਤਰ੍ਹਾਂ ਦਾ ਟੈਕਸ ਵਗੈਰਾ ਜੋ ਵੀ ਉਹਨਾਂ ਦਾ ਸੀਗਾ ਉਹ ਦੇਣਾ ਪੈਣਾ ਸੀਗਾ, ਰਾਈਟ। ਬਟ ਇਸ ਐਕਟ ਦੇ ਨਾਲ ਉਹਨਾਂ ਨੂੰ ਫਰੀਡਮ ਮਿਲ ਗਈ। ਸੋ ਇਸ ਦੇ ਨਾਲ ਕਿਸਾਨਾਂ ਦਾ ਕੋਈ ਭਲਾ ਨਹੀਂ ਹੋ ਰਿਹਾ, ਸਿਰਫ ਕਾਰਪੋਰੇਸ਼ਨਸ ਦਾ ਭਲਾ ਕੀਤਾ ਜਾ ਰਿਹਾ। ਸੋ ਜਿਹੜਾ ਸੈਕੰਡ ਐਕਟ ਹੈ, ਜਿਹੜਾ ਦੂਜਾ ਕਾਲਾ ਕਾਨੂੰਨ ਮੋਦੀ ਸਰਕਾਰ ਨੇ ਪਾਸ ਕੀਤਾ, ਉਹ ਆ ਕੰਟਰੈਕਟ ਫਾਰਮਿੰਗ ਦਾ। ਸੋ ਕੰਟਰੈਕਟ ਫਾਰਮਿੰਗ ਹੈ ਜਿਹੜੀ ਉਹ ਅੱਜ ਦੀ ਡੇਟ ਦੇ ਵਿੱਚ ਆਲਰੇਡੀ ਫਾਰਮਰ ਟੂ ਫਾਰਮਰ, ਕਿਸਾਨ ਤੋਂ ਕਿਸਾਨ ਤੱਕ ਹੋ ਰਹੀ ਹੈ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਜ਼ਮੀਨ ਠੇਕੇ ਤੇ ਦੇਣਾ। ਪਰ ਇਸ ਵਿੱਚ ਕੋਈ ਕੰਟਰੈਕਟ ਨਹੀਂ ਹੁੰਦਾ, ਕੋਈ ਲਿਖਤ ਨਹੀਂ ਹੁੰਦੀ। ਮੈਨੂੰ ਨਹੀਂ ਲੱਗਦਾ ਕਿ ਕੋਈ ਲਿਖਤ ਕਰਦਾ ਹੋਊਗਾ, ਸਿਰਫ ਵਿਸ਼ਵਾਸ ਤੇ ਹੀ ਗੱਲ ਚੱਲਦੀ ਹੈ। ਸੋ ਜਿਹੜੀ ਕਿ ਇੱਕ ਬਹੁਤ ਵਧੀਆ ਗੱਲ ਹੈ ਕਿ ਇੱਕ ਛੋਟਾ ਕਿਸਾਨ ਹੈਗਾ ਜਿਹਦੇ ਕੋਲੇ 1-2 ਏਕੜ ਜ਼ਮੀਨ ਹੈ ਜਾਂ ਜਿਹਦੇ ਕੋਲੇ ਇਸ ਤੋਂ ਵੀ ਘੱਟ ਜ਼ਮੀਨ ਹੈ, ਉਹ ਕਿਸੇ ਹੋਰ ਕਿਸਾਨ ਤੋਂ ਜਿਹੜਾ ਖੇਤੀ ਕਰਨ ਦਾ ਚਾਹਵਾਨ ਨਹੀਂ ਗਾ ਉਹ ਤੋਂ ਜ਼ਮੀਨ ਠੇਕੇ ਤੇ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ। ਬਟ ਜੇ ਕੰਪਨੀਆਂ ਆਉਣਗੀਆਂ ਤਾਂ ਉਹ ਛੋਟੇ ਕਿਸਾਨ ਹੈਗੇ ਜਿਹੜੇ ਉਹ ਰਗੜੇ ਜਾਣੇ ਆ, ਉਹਨਾਂ ਦਾ ਕੰਮ ਬਿਲਕੁਲ ਬੰਦ ਹੋ ਜਾਣਾ। ਉਸ ਦੇ ਪਿੱਛੇ ਰੀਜ਼ਨ ਇਹ ਹੈ ਕਿ ਕੰਪਨੀਆਂ ਆਉਣਗੀਆਂ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਉਦਾਹਰਨ ਦਿੱਤੀ ਸੀ ਜੀਓ ਵਾਲੀ, ਕਿ ਜੀਓ ਨੇ ਕੀ ਕੀਤਾ, ਜਦੋਂ ਉਹਨਾਂ ਨੇ ਆਪਣਾ ਕੰਮ ਸਟਾਰਟ ਕਰਨਾ ਸੀ, ਬਿਜ਼ਨਸ ਖੜਾ ਕਰਨਾ ਸੀ, ਤਾਂ ਉਹਨਾਂ ਨੇ ਫ੍ਰੀ ਦੇ ਵਿੱਚ ਸਾਨੂੰ ਸਿਮ ਕਾਰਡ ਤੇ ਆਪਣਾ ਜਿਹੜਾ ਡਾਟਾ ਫ੍ਰੀ ਦੇ ਵਿੱਚ ਉਹਨਾਂ ਨੇ ਦਿੱਤਾ। ਬਟ ਅੱਜ ਦੀ ਡੇਟ ਦੇ ਵਿੱਚ ਜੀਓ ਫ੍ਰੀ 'ਚ ਨਹੀਂ ਦੇ ਰਿਹਾ, ਜੀਓ ਦਾ ਚਾਰਜ ਕਰ ਰਿਹਾ। ਸੋ ਇੱਦਾਂ ਹੀ ਕੰਪਨੀਆਂ ਆਉਣਗੀਆਂ, ਸਟਾਰਟਿੰਗ ਦੇ ਵਿੱਚ ਸਾਨੂੰ ਲਾਲਚ ਦੇਣਗੀਆਂ, ਹੋ ਸਕਦਾ ਚੰਗਾ ਠੇਕਾ ਦੇ ਦੇਣ, ਜੇ ਅੱਜ 40,000 ਆ ਤਾਂ ਉਹ 80,000 ਦੇ ਦੇਣ। ਬਟ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡਾ ਸ਼ੋਸ਼ਣ ਕਰ ਸਕਦੀਆਂ ਸਾਨੂੰ, ਕਿਉਂਕਿ ਇਸ ਐਕਟ ਦੇ ਵਿੱਚ ਵੀ MSP ਦਾ ਕੋਈ ਵੇਰਵਾ ਨਹੀਂ ਹੈਗਾ, ਕੋਈ ਇਹ ਲਿਖਤ ਨਹੀਂ ਹੈਗੀ ਕਿ ਘੱਟ ਤੋਂ ਘੱਟ ਕਿਹੜੀ ਫਸਲ ਦਾ ਕਿੰਨੇ ਮੁੱਲ ਤੇ ਜਿਹੜੀ ਕੰਪਨੀ ਹੈਗੀ ਉਹ ਖਰੀਦੂਗੀ। ਸੋ ਬਹੁਤ ਸਾਰੀਆਂ ਐਗਜ਼ਾਮਪਲਾਂ ਇਹਦੀਆਂ ਸਾਨੂੰ ਅੱਜ ਦੀ ਡੇਟ ਦੇ ਵਿੱਚ ਵੀ ਮਿਲਦੀਆਂ, ਕਿਉਂਕਿ ਕੰਟਰੈਕਟ ਫਾਰਮਿੰਗ ਕੰਪਨੀਆਂ ਦੇ ਨਾਲ ਵੀ ਹੁੰਦੀ ਆ। ਤੁਸੀਂ ਦੇਖਿਆ ਹੋਣਾ ਕਿ ਕਈ ਕੰਪਨੀਆਂ ਜਿਹੜੀਆਂ ਚਿਪਸ ਬਣਾਉਂਦੀਆਂ, ਜਿਵੇਂ ਲੇਜ਼ ਵਰਗੀ ਕੰਪਨੀ ਹੋ ਗਈ, ਉਹ ਕਹਿ ਦਿੰਦੀ ਹੈ ਕਿ ਤੁਹਾਡੇ ਜਿਹੜੇ ਆਲੂ ਹੈਗੇ ਆ ਉਹ ਕੁਆਲਿਟੀ ਵਾਲੇ, ਅੱਛੀ ਕੁਆਲਿਟੀ ਦੇ ਨਹੀਂ ਗੇ। ਸੋ ਇਸ ਐਕਟ ਦੇ ਵਿੱਚ ਸਰਕਾਰ ਨੇ ਇਹ ਵੀ ਲਿਖਿਆ ਹੈ, ਕੰਪਨੀ ਨੂੰ ਇਹ ਛੂਟ ਦਿੱਤੀ ਆ ਕਿ ਜੇ ਤੁਹਾਨੂੰ ਕੁਆਲਿਟੀ ਨਹੀਂ ਚੰਗੀ ਮਿਲਦੀ ਤੁਸੀਂ ਐਗਰੀਮੈਂਟ ਰੱਦ ਕਰ ਸਕਦੇ ਹੋ। ਤੇ ਹੁਣ ਜਿਹੜਾ ਪਹਿਲਾ ਐਕਟ ਸੀਗਾ, ਜਿਹੜਾ ਦੂਸਰਾ ਐਕਟ ਹੈ, ਇਹਨਾਂ ਦੇ ਵਿੱਚ ਇੱਕ ਸਿਮਿਲਰ ਪੁਆਇੰਟ ਇਹ ਆ ਕਿ ਕਿਸਾਨ ਹੈ ਉਹ ਕੋਰਟ ਦੇ ਵਿੱਚ ਨਹੀਂ ਜਾ ਸਕਦਾ, ਉਹ ਅਦਾਲਤ ਦਾ ਦਰਵਾਜ਼ਾ ਨਹੀਂ ਖਟਖਟਾ ਸਕਦਾ, ਹਾਈ ਕੋਰਟ ਜਾਂ ਕਹਿ ਲਓ ਕਿ ਵੱਡੀ ਅਦਾਲਤ ਦੇ ਵਿੱਚ ਨਹੀਂ ਜਾ ਸਕਦਾ। ਸਿਰਫ SDM ਕੋਲੇ ਸ਼ਿਕਾਇਤ ਕਰੂਗਾ, ਗਜ਼ਟਡ ਆਫੀਸਰ ਕੋਲੇ ਸ਼ਿਕਾਇਤ ਕਰੂਗਾ, ਤਹਿਸੀਲਦਾਰ ਕੋਲੇ, SDM ਕੋਲੇ, DC ਕੋਲੇ, ਇਹਨਾਂ ਕੋਲੇ ਜਾ ਸਕਦਾ। ਸੋ ਇਹਦੇ ਵਿੱਚ ਕੀ ਹੈਗਾ ਕਿ ਹੁਣ ਜਿਹੜੀ ਏਡੀ ਵੱਡੀ ਕੰਪਨੀਆਂ, ਅੰਬਾਨੀ ਵਰਗੇ, ਅਡਾਨੀ ਵਰਗੇ, ਸੋ ਉਹਨਾਂ ਦੀ ਗੱਲ ਸੁਣਨਗੇ। ਤੁਹਾਨੂੰ ਪਤਾ ਆਪਣੇ ਦੇਸ਼ ਦੇ ਵਿੱਚ ਕਿੰਨੀ ਕਰਪਸ਼ਨ ਹੈ। ਸੋ ਉਹਨਾਂ ਦੀ ਗੱਲ ਸੁਣਨਗੇ ਜਾਂ ਉਹ ਇੱਕ ਜਿਹੜਾ ਵਿਚਾਰਾ ਮਾਮੂਲੀ ਜਾਂ ਛੋਟਾ ਜਿਹਾ ਕਿਸਾਨ ਹੈ ਉਹਦੀ ਗੱਲ ਸੁਣਨਗੇ। ਸੋ ਇਸ ਕੇਸ ਦੇ ਵਿੱਚ ਕੀ ਹੋਣਾ, ਕਿਸਾਨ ਜਿਹੜਾ ਆਲਰੇਡੀ ਕਰਜ਼ੇ ਦੀ ਮਾਰ ਥੱਲੇ ਆ, ਉਹਦੀ ਫਸਲ ਨਹੀਂ ਵਿਕਣੀ, ਬੈਂਕਾਂ ਨੇ ਉਹ ਤੋਂ ਪੈਸੇ ਮੰਗਣੇ ਤੇ ਉਹਦੀ ਜ਼ਮੀਨ ਦੀ ਕੁਰਕੀ ਹੋਣੀ ਹੈ। ਸੋ ਤਾਂ ਕਰਕੇ ਕਿਸਾਨ ਇਸ ਕਾਨੂੰਨ ਦਾ ਜਿਹੜਾ ਵਿਰੋਧ ਕਰ ਰਹੇ ਨੇ। ਸੋ ਇਹਨਾਂ ਦੋਨੇ ਕਾਨੂੰਨਾਂ ਦੇ ਵਿੱਚ ਇਹ ਜਿਹੜੀ ਹੈਗੀ ਸਰਕਾਰ ਇੱਕ ਸਿਮਿਲੈਰਿਟੀ ਹੈਗੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ। ਸੋ ਦੋਨੇ ਜਿਹੜੇ ਕਾਨੂੰਨ ਹੈਗੇ ਨੇ ਇਸ ਕਰਕੇ ਇਹਨਾਂ ਦਾ ਵਿਰੋਧ ਹੋ ਰਿਹਾ, ਕਿਉਂਕਿ ਦੋਨੇ ਹੀ ਕਿਸਾਨ ਹਿਤੈਸ਼ੀ ਨਹੀਂ ਗੇ, ਇਹ ਸਿਰਫ ਕਾਰਪੋਰੇਸ਼ਨਸ ਦੇ ਫਾਇਦੇ ਲਈ ਹੈ। ਸੋ ਜਿਹੜਾ ਥਰਡ ਐਕਟ ਹੈ, ਜਿਹੜਾ ਤੀਸਰਾ ਕਾਲਾ ਕਾਨੂੰਨ ਹੈ, ਉਹ ਐਕਚੁਅਲੀ ਅਮੈਂਡਮੈਂਟ ਹੈ, ਸੋਧ ਕੀਤੀ ਗਈ ਹੈ ਇੱਕ ਪੁਰਾਣੇ ਕਾਨੂੰਨ ਦੇ ਵਿੱਚ। 1955 ਦੇ ਵਿੱਚ ਇੱਕ ਐਕਟ ਬਣਿਆ ਸੀਗਾ, ਅਸੈਂਸ਼ੀਅਲ ਕਮੋਡਿਟੀਜ਼ ਦਾ ਐਕਟ ਬਣਿਆ ਸੀਗਾ, ਜਿਹੜਾ ਕਿ ਜਮ੍ਹਾਖੋਰੀ ਨੂੰ ਰੋਕਦਾ ਸੀ, ਜਮ੍ਹਾਖੋਰੀ ਦੇ ਖਿਲਾਫ ਸੀਗਾ।
ਬਟ ਸਰਕਾਰ ਕੀ ਪਹਿਲੂ ਦੇ ਰਹੀ ਹੈ ਇਸ ਐਕਟ ਦਾ, ਵੀ ਕਿਉਂ ਬਣਾਇਆ ਗਿਆ ਇਹ, ਕਿ ਕਿਸਾਨ ਹੈਗਾ ਜਿਹੜਾ ਉਹ ਜਿੰਨਾ ਮਰਜ਼ੀ ਸਟੋਰ ਕਰ ਸਕਦਾ। ਕਿਸਾਨ ਤਾਂ ਵਿਚਾਰਾ ਆਪਾਂ ਦੇਖਦੇ ਹਾਂ ਕਿ ਜੇ ਆਪਾਂ ਤੂੜੀ ਜੇ ਕਿਤੇ ਵੱਧ ਬਣ ਜੇ ਤਾਂ ਆਪਾਂ ਨੂੰ ਖੇਤ ਦੇ ਵਿੱਚ ਹੀ ਆਪਾਂ ਨੂੰ ਲਿਪ ਕੇ ਆਉਂਦੇ ਆ, ਆਪਾਂ ਨੂੰ ਕਿੰਨਾ ਪੰਗਾ ਪੈਂਦਾ ਤੂੜੀ ਸਟੋਰ ਕਰਨ ਦਾ। ਸੋ ਆਪਾਂ ਇਹਨਾਂ ਨੂੰ ਸਬਜ਼ੀਆਂ ਨੂੰ ਕੋਲਡ ਸਟੋਰ ਆਪਾਂ ਕਿੱਥੋਂ ਬਣਾ ਲਾਂਗੇ? ਕਿਸਾਨ ਜਿਹੜਾ ਕਰਜ਼ੇ ਦੀ ਮਾਰ ਥੱਲੇ ਆਲਰੇਡੀ ਹੈਗਾ, ਉਹ ਕਿੱਥੋਂ ਇੰਨਾ ਅਫੋਰਡ ਕਰ ਲੂਗਾ? ਕੀ ਤੁਸੀਂ ਉਹਨੂੰ ਲੋਨ ਦੇ ਰਹੇ ਹੋ ਘੱਟ ਰੇਟ ਤੇ 10% 11% ਤੇ ਅੱਜ ਕਿਸਾਨ ਹੈਗਾ ਜਿਹੜਾ ਉਹਨੂੰ ਲੋਨ ਮਿਲਦਾ ਗਾ। ਸੋ ਇਹ ਸਿੱਧਾ ਜਿਹੜਾ ਫਾਇਦਾ ਹੈਗਾ ਉਹ ਕਾਰਪੋਰੇਸ਼ਨਸ ਦਾ, ਜਿਹੜੀਆਂ ਵੱਡੀਆਂ ਅਡਾਨੀ ਅਬਾਨੀ ਵਰਗੇ ਹੈਗੇ। ਆਪਾਂ ਦੇਖਿਆ ਮੋਗੇ ਦੇ ਵਿੱਚ ਕਿ ਉਹਨਾਂ ਨੇ ਕਿੱਡਾ ਵੱਡਾ ਆਪਣਾ ਸਟੋਰੇਜ ਦਾ ਪਲਾਂਟ ਲਾਇਆ ਹੋਇਆ ਹੈ ਨਾ। ਸੋ ਇਹ ਕੰਪਨੀਆਂ ਨੂੰ ਸਿੱਧੀ ਛੂਟ ਦੇਤੀ ਕਿ ਤੁਸੀਂ ਜਿੰਨਾ ਮਰਜ਼ੀ ਸਟੋਰ ਕਰ ਸਕਦੇ ਹੋ ਅਨਾਜ। ਐਗਜ਼ਾਮਪਲ ਦੇ ਤੌਰ ਤੇ, ਉਦਾਹਰਨ ਦੇ ਤੌਰ ਤੇ ਆਪਾਂ ਲੈ ਲੈਂਦੇ ਹਾਂ ਜਿਵੇਂ ਆਲੂ ਹੋ ਗਏ, ਸੀਰੀਅਲਸ ਹੋ ਗਏ, ਜਾਂ ਕਹਿ ਲਓ ਕਿ ਪਿਆਜ਼ ਹੋ ਗਿਆ। ਪਿਆਜ਼ ਆਪਾਂ ਪਿੱਛੇ ਦੇਖਿਆ ਹੋਣਾ ਕਿ 200 ਰੁਪਏ ਕਿਲੋ ਹੋ ਗਿਆ ਸੀਗਾ। ਸੋ ਇਸੇ ਕਰਕੇ ਹੋਇਆ ਸੀ ਕਿਉਂਕਿ ਜਿਹੜੇ ਸਪਲਾਈਅਰ ਸੀਗੇ ਜਿਹੜਾ ਉਹਨਾਂ ਨੇ ਸਟਾਕ ਕਰਨਾ ਸ਼ੁਰੂ ਕਰ ਲਿਆ ਸੀਗਾ। ਸੋ ਇਹ ਜਿਹੜੀ ਹੈਗੀ ਸਿੱਧੀ ਜਮਾਖੋਰੀ ਦੀ ਛੂਟ ਦੇਤੀ ਹੈ ਮੋਦੀ ਸਰਕਾਰ ਨੇ ਕਾਰਪੋਰੇਸ਼ਨਸ ਨੂੰ। ਸੋ ਇਹਨਾਂ ਤਿੰਨਾਂ ਐਕਟਸ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਇਹੀ ਲੱਗਦਾ ਕਿ ਐਕਟ ਸਿਰਫ ਕਾਰਪੋਰੇਸ਼ਨਸ ਦੇ ਹਿੱਤਾਂ ਦੀ ਪੂਰਤੀ ਲਈ ਬਣਾਏ ਗਏ ਨੇ, ਇਹ ਸਿਰਫ ਉਹਨਾਂ ਦਾ ਬਿਜ਼ਨਸ ਵਧਾਉਣ ਲਈ ਬਣਾਏ ਗਏ ਨੇ। ਕਿਸਾਨਾਂ ਦੇ ਹਿੱਤ ਵਿੱਚ ਇਹਨਾਂ ਐਕਟਸ ਦੇ ਵਿੱਚ ਇੱਕ ਵੀ ਪੁਆਇੰਟ ਨਹੀਂ ਗਾ। ਜੇ ਇਹਨਾਂ ਨੂੰ ਅਮਲੀ ਰੂਪ ਦੇ ਦਿੱਤਾ ਜਾਂਦਾ ਤਾਂ ਕਿਸਾਨ ਕੱਲ ਨੂੰ ਐਸਡੀਐਮ ਦਫ਼ਤਰ ਦੇ ਚੱਕਰ ਕੱਟਦਾ ਰਹਿ ਜਾਊਗਾ, ਉਹਦੀ ਜ਼ਮੀਨ ਦੀ ਕੁਰਕੀ ਪੱਕਾ ਹੋਊਗੀ, ਕਿਉਂਕਿ ਬੈਂਕਾਂ ਨੇ ਉਹਦੀਆਂ ਜ਼ਮੀਨਾਂ ਨੱਪ ਲੈਣੀਆਂ ਜਦੋਂ ਕਰਜ਼ੇ ਦੀ ਪੰਡ ਹੋਰ ਭਾਰੀ ਤੋਂ ਭਾਰੀ ਹੋਈ ਗਈ। ਸੋ ਸਰਕਾਰ ਨੂੰ ਇਹਨਾਂ ਨੂੰ ਇਮੀਡੀਏਟਲੀ ਰੱਦ ਕਰਨਾ ਚਾਹੀਦਾ। ਜੇ ਸਰਕਾਰ ਵਾਕਈ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੀ ਆ, ਜੇ ਮੋਦੀ ਸਰਕਾਰ ਵਾਕਈ ਕਿਸਾਨ ਹਿਤੈਸ਼ੀ ਬਣਨਾ ਚਾਹੁੰਦੀ ਆ, ਤਾਂ ਉਹਨਾਂ ਨੂੰ ਐਮਐਸਪੀ ਬਾਰੇ ਸਭ ਤੋਂ ਪਹਿਲਾਂ ਸੋਚਣਾ ਚਾਹੀਦਾ। ਇਹਨਾਂ ਕਾਨੂੰਨਸ ਨੂੰ ਰੱਦ ਕਰਨ ਤੋਂ ਬਾਅਦ ਐਮਐਸਪੀ ਬਾਰੇ ਸੋਚਣਾ ਚਾਹੀਦਾ। ਕਿਹੜਾ ਮਿਨੀਮਮ ਸਪੋਰਟ ਪ੍ਰਾਈਸ ਡਿਸਾਈਡ ਕਰਨ ਦਾ ਜਿਹੜਾ ਰਾਈਟ ਹੈ, ਜਿਹੜਾ ਹੱਕ ਹੈ, ਉਹ ਸਟੇਟ ਗੌਰਮੈਂਟ ਨੂੰ ਮਿਲਣਾ ਚਾਹੀਦਾ। ਉਹਦੇ ਪਿੱਛੇ ਰੀਜ਼ਨ ਕੀ ਹੈ? ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਹਰ ਸਟੇਟ ਦਾ ਜਿਹੜਾ ਵਾਤਾਵਰਨ ਹੈ, ਜਿਹੜਾ ਹਵਾ ਪਾਣੀ ਆ, ਈਵਨ ਕਿਹੜਾ ਫਸਲੀ ਚੱਕਰ ਹੈ, ਉਹ ਵੀ ਡਿਫਰੈਂਟ ਹੈ। ਸੋ ਜੇ ਸਟੇਟ ਕੋਲੇ ਰਾਈਟ ਹੋਊਗਾ ਤਾਂ ਸਰਕਾਰ, ਜਿਹੜੀ ਸਟੇਟ ਦੀ ਸਰਕਾਰ ਹੈਗੀ ਆ, ਉਹ ਕਿਸਾਨਾਂ ਤੋਂ ਹਰ ਸਾਲ ਸਰਵੇ ਕਰਵਾ ਕੇ ਆਪਣੇ ਅਨੁਸਾਰ ਉਹਦਾ ਜਿਹੜਾ ਹੈਗਾ ਐਮਐਸਪੀ ਦਾ ਪ੍ਰਾਈਸ ਜਿਹੜਾ ਡਿਸਾਈਡ ਕਰ ਸਕਦੀ ਹੈ। ਸੋ ਇਹ ਇੱਕ ਬਹੁਤ ਹੀ ਚੰਗੀ ਗੱਲ ਹੋਊਗੀ ਜੇ ਇਹ ਚੀਜ਼ ਹੋ ਜਾਂਦੀ ਹੈ। ਸੋ ਦੂਸਰੀ ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਆ ਉਹ ਹੈਗੀ ਆ ਐਮਐਸਪੀ ਦੀ ਵਾਇਲੇਸ਼ਨ। ਐਮਐਸਪੀ ਦੀ ਵਾਇਲੇਸ਼ਨ ਬਹੁਤ ਜ਼ਿਆਦਾ ਹੁੰਦੀ ਆ। ਆਪਾਂ ਨੂੰ ਪਤਾ ਕਿ ਗਿਣੀਆਂ ਚੁਣੀਆਂ ਫਸਲਾਂ ਤੇ ਹੀ ਸਿਰਫ ਐਮਐਸਪੀ ਆਪਾਂ ਨੂੰ ਮਿਲਦੀ ਹੈ, ਜਿਵੇਂ ਕਣਕ ਝੋਨਾ ਹੋ ਗਿਆ, ਬਾਕੀਆਂ ਤੇ ਨਹੀਂ ਮਿਲਦੀ, ਜਿਵੇਂ ਆਲੂ ਮੱਕੀ ਜਾਂ ਹੋਰ ਫਸਲਾਂ ਹੋ ਗਈਆਂ। ਸੋ ਇਸ ਲਈ ਸਰਕਾਰ ਨੂੰ ਇਸ ਤੇ ਐਕਟ ਬਣਾਉਣਾ ਚਾਹੀਦਾ ਕਿ ਜੋ ਵੀ ਵਪਾਰੀ, ਜੋ ਵੀ ਪ੍ਰਾਈਵੇਟ ਬਾਇਰ ਜਿਹੜਾ ਹੈਗਾ, ਉਹ ਐਮਐਸਪੀ ਦੀ ਜਿਹੜਾ ਵੀ ਇਹਦੀ ਉਲੰਘਣਾ ਕਰਦਾ ਐਮਐਸਪੀ ਐਕਟ ਦੀ, ਉਹਨੂੰ ਚੰਗਾ ਜੁਰਮਾਨਾ ਹੋਵੇ ਤੇ ਉਹਨੂੰ ਸਜ਼ਾ ਵੀ ਹੋਵੇ। ਸੋ ਜੇ ਇਹ ਚੀਜ਼ ਵੀ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਕਿਸਾਨਾਂ ਦਾ ਭਲਾ ਹੋਊਗਾ। ਤੀਸਰੀ ਸਾਰਿਆਂ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਆ ਉਹ ਹੈਗੀ ਕਿਸਾਨਾਂ ਦਾ ਤੇ ਉਹਨਾਂ ਦੀਆਂ ਫਸਲਾਂ ਦਾ ਇੰਸ਼ੋਰੈਂਸ। ਆਪਾਂ ਦੇਖਿਆ ਹੋਣਾ ਕਿ ਜਿੰਨੇ ਵੀ ਬੰਦੇ ਇੰਡਸਟਰੀ 'ਚ ਕੰਮ ਕਰਦੇ ਨੇ ਉਹਨਾਂ ਸਾਰਿਆਂ ਦਾ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਹੁੰਦਾ। ਈਵਨ ਕਿ ਉਹਨਾਂ ਦੀਆਂ ਜਿਹੜੀਆਂ ਕੰਮ ਦੀ ਮਸ਼ੀਨਰੀ ਹੁੰਦੀ ਉਹਨਾਂ ਦਾ ਵੀ ਇੰਸ਼ੋਰੈਂਸ ਹੁੰਦਾ। ਬਟ ਜਿਹੜੇ ਕਿਸਾਨ ਨੇ ਵਿਚਾਰੇ, ਉਹ ਇੱਕ ਤਾਂ ਉਹ ਪਹਿਲਾਂ ਹੀ ਕਰਜ਼ੇ ਥੱਲੇ ਹੁੰਦੇ ਨੇ, ਉੱਪਰੋਂ ਮੀਂਹ ਪੈ ਜਾਂਦਾ ਜਾਂ ਬਿਮਾਰੀ ਲੱਗ ਜਾਂਦੀ ਹੈ ਕੋਈ, ਤਾਂ ਉਹਨਾਂ ਦੀ ਜਿਹੜੀ ਫਸਲ ਹੈ ਬਰਬਾਦ ਹੋ ਜਾਂਦੀ ਹੈ। ਸੋ ਇਹਦੇ ਲਈ ਸਰਕਾਰ ਨੂੰ ਕੁਛ ਕਰਨਾ ਚਾਹੀਦਾ। ਇਸ ਲਈ ਸਰਕਾਰ ਨੂੰ ਇੰਸ਼ੋਰੈਂਸ ਦੀਆਂ ਕੋਈ ਵਧੀਆ ਪਾਲਿਸੀਜ਼ ਲੈ ਕੇ ਆਉਣੀਆਂ ਚਾਹੀਦੀਆਂ। ਜਿਵੇਂ ਕਿ ਸਪੋਜ਼ ਕਰੋ ਕਿ ਜਿਹੜੀ ਉਹਨਾਂ ਦੀ ਕਿਸਾਨ ਦੀ ਵਿਚਾਰੇ ਦੀ ਲੇਬਰ ਹੈਗੀ ਆ, ਲੇਬਰ ਕਾਸਟ ਹੈਗੀ ਆ, ਪਲੱਸ ਜਿਹੜਾ ਉਹਨੇ ਖਰਚਾ ਕੀਤਾ ਰੇਹਾਂ ਸਪਰੇਹਾਂ ਤੇ, ਉਹ ਪਾ ਕੇ ਉਹਦਾ ਪਿੱਛੇ ਪਰਿਵਾਰ ਹੀ ਉਹਦੀ ਘੱਟੋ ਘੱਟ ਡਬਲ ਕਾਸਟ ਹੈਗੀ ਜਿਹੜੀ, ਜਾਂ ਜਿਹੜਾ 1 ਕਿੱਲੇ ਦਾ ਠੇਕਾ ਹੈਗਾ ਜਿਹੜਾ ਬਣਦਾ ਮੁੱਲ ਜਿਹੜਾ 40-50 ਹਜ਼ਾਰ ਹੈਗਾ, ਉਹ ਕਿਸਾਨ ਨੂੰ ਮਿਲਣਾ ਚਾਹੀਦਾ। ਸੋ ਇਸ ਤੋਂ ਇਲਾਵਾ ਸਰਕਾਰ ਗੱਲ ਕਰਦੀ ਹੈ ਇੰਡਸਟਰੀ ਦੀ, ਕਿ ਜੇ ਇੰਡਸਟਰੀ ਆਊਗੀ ਤਾਂ ਕਿਸਾਨਾਂ ਦੀ ਜਿਹੜੀ ਇਨਕਮ ਹੈਗੀ ਉਹ ਡਬਲ ਹੋ ਜਾਊਗੀ। ਮੈਂ ਕਹਿੰਦਾ ਸਰਕਾਰ ਨੂੰ ਇੰਡਸਟਰੀ, ਜਿਵੇਂ ਪੰਜਾਬ ਦੀ ਜੇ ਆਪਾਂ ਐਗਜ਼ਾਮਪਲ ਲਈਏ ਤਾਂ ਪੰਜਾਬ ਦੇ ਵਿੱਚ 13,000 ਪਿੰਡ ਨੇ। ਸੋ ਸਰਕਾਰ ਨੂੰ ਚਾਹੀਦਾ ਕਿ ਹਰ ਪਿੰਡ ਦੇ ਵਿੱਚ ਲੋਕਲ ਬਿਜ਼ਨਸ ਖੜਾ ਕਰਨ ਦੇ ਲਈ ਕਿਸਾਨਾਂ ਨੂੰ ਘੱਟ ਰੇਟ ਤੇ ਲੋਨ ਮਿਲਣ, ਕਿਸਾਨਾਂ ਨੂੰ ਲੋਨਸ ਤੇ ਸਬਸਿਡੀ ਮਿਲੇ, ਤਾਂ ਕਿ ਉਹ ਆਪਣਾ ਸਹਾਇਕ ਧੰਦਾ, ਜਿਵੇਂ ਕਿ ਛੋਟੀ ਇੰਡਸਟਰੀ ਕੋਈ ਲਾ ਸਕਣ, ਜਿਵੇਂ ਕੋਲੂ ਕਹਿ ਲਓ, ਜਾਂ ਜਿਵੇਂ ਕਹਿ ਲਓ ਕਿ ਆਟੇ ਵਾਲੀ ਮਸ਼ੀਨ ਕਹਿ ਲਓ, ਜਾਂ ਕਹਿ ਲਓ ਕਿ ਚਿਪਸ ਦੀ ਫੈਕਟਰੀ ਕਹਿ ਲਓ, ਜਾਂ ਸੀਰੀਅਲਸ ਦੀ ਫੈਕਟਰੀ ਕਹਿ ਲਓ, ਦਲਗਾ ਬਣਾਉਣ ਦੀ ਫੈਕਟਰੀ ਕਹਿ ਲਓ, ਜਾਂ ਵੈਜੀਟੇਬਲਸ ਨੂੰ ਸਟੋਰ ਕਰਨ ਦੀ ਫੈਕਟਰੀ ਕਹਿ ਲਓ, ਉਹਨਾਂ ਨੂੰ ਉਹਨਾਂ ਦੀ ਪੈਕਿੰਗ, ਉਹਨਾਂ ਦੀ ਮਾਰਕੀਟਿੰਗ ਕਰਨ ਦੀ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ, ਛੋਟੇ ਲੈਵਲ 'ਤੇ ਹੋਣ। ਜਿਹੜੇ ਉੱਥੋਂ ਦੇ ਨੇੜਲੇ ਸ਼ਹਿਰ ਹੈਗੇ ਨੇ ਉਹਨਾਂ ਦੇ ਵਿੱਚ ਚੀਜ਼ਾਂ ਜਾਣ,
ਜੇ ਉੱਥੇ ਵੀ ਪੂਰਤੀ ਹੋ ਜਾਂਦੀ ਉਹਨਾਂ ਛੋਟੇ ਸ਼ਹਿਰਾਂ 'ਚ ਤਾਂ ਵੱਡੇ ਸ਼ਹਿਰਾਂ ਦੇ ਵਿੱਚ ਜਾਣ। ਸੋ ਇਸ ਤਰ੍ਹਾਂ ਦਾ ਸਿਸਟਮ ਬਣਾਉਣਾ ਚਾਹੀਦਾ, ਨਾ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਬੁਲਾ ਕੇ, ਜਿਹੜੀਆਂ ਆਲਰੇਡੀ ਇੰਨਾ ਪੈਸਾ ਫੇਸਬੁੱਕ ਗੂਗਲ ਵਰਗੀਆਂ ਕੰਪਨੀਆਂ ਤੋਂ ਚੱਕ ਰਹੀਆਂ ਹੈਗੀਆਂ, ਉਹਨਾਂ ਨੂੰ ਹੋਰ ਅਮੀਰ ਕਰਨਾ ਤੇ ਜਿਹੜੇ ਵਿਚਾਰੇ ਗਰੀਬ ਨੇ ਉਹਨਾਂ ਨੂੰ ਹੋਰ ਗਰੀਬ ਕਰਨਾ। ਸੋ ਇਹ ਸਰਕਾਰ ਨੂੰ ਇਹਨਾਂ ਪੁਆਇੰਟਸ ਵੱਲ ਧਿਆਨ ਦੇਣਾ ਚਾਹੀਦਾ। ਪਿੰਡਾਂ ਦੇ ਵਿੱਚ ਆਪਾਂ ਦੇਖਿਆ ਬਹੁਤ ਸ਼ਾਮਲਾਟ ਜਿਹੜੀਆਂ ਹੈਗੀਆਂ ਪੰਜਾਂ ਹੈਗੀਆਂ, ਖਾਲੀ ਪੰਜਾਂ ਹੈਗੀਆਂ, ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ, ਉਹਨਾਂ ਤੇ ਕੋਈ ਪਲਾਂਟ ਲੱਗ ਸਕਦੇ ਆ, ਹਨਾ। ਸੋ ਸਰਕਾਰ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ। ਇੰਨੀ ਮੇਰੀ ਬੇਨਤੀ ਆ ਸਰਕਾਰ ਨੂੰ। ਸੋ ਮੇਰੀ ਜਿਹੜੀ ਅਗਲੀ ਬੇਨਤੀ ਹੈਗੀ ਆ ਉਹ ਹੈਗੀ ਜਿਹੜੇ ਵੀਰ ਬਾਹਰ ਰਹਿੰਦੇ ਨੇ, ਸੋ ਉਹਨਾਂ ਨੂੰ ਮੇਰੀ ਇਹੀ ਬੇਨਤੀ ਆ ਕਿ ਆਪਾਂ ਨੂੰ ਆਪਣੇ ਪਿੰਡਾਂ ਬਾਰੇ ਸੋਚਣਾ ਚਾਹੀਦਾ। ਆਪਾਂ ਪਹਿਲਾਂ ਵੀ ਸੋਚਦੇ, ਆਪਾਂ ਟੂਰਨਾਮੈਂਟ ਵਗੈਰਾ ਕਰਵਾਉਂਦੇ ਆ, ਬਟ ਥੋੜਾ ਡਿਫਰੈਂਟ ਤਰੀਕੇ ਨਾਲ ਸੋਚਣ ਦੀ ਲੋੜ ਹੈ, ਕਿਉਂਕਿ ਸਰਕਾਰਾਂ ਦੀਆਂ ਜਿਹੜੀਆਂ ਨਾਕਾਮੀਆਂ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਆ। ਸੋ ਆਪਾਂ ਨੂੰ ਜਿਹੜੀਆਂ ਪਿੰਡਾਂ ਦੀਆਂ ਸ਼ਾਮਲਾਟਾਂ ਪੰਜਾਂ ਨੇ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ, ਉਹਨਾਂ ਦੇ ਵਿੱਚ ਇੰਡਸਟਰੀ ਲਈ ਇਨਵੈਸਟ ਕਰਨਾ ਚਾਹੀਦਾ। ਸਮਾਲ ਸਕੇਲ ਇੰਡਸਟਰੀ ਦੀ ਗੱਲ ਕਰ ਰਹੇ ਹਾਂ, ਜਿਵੇਂ ਕਿ ਸੀਰੀਅਲਸ ਦੀ ਫੈਕਟਰੀ ਹੋ ਗਈ, ਚਿਪਸ ਦੀ ਫੈਕਟਰੀ ਹੋ ਗਈ, ਜਾਂ ਕਹਿ ਲਓ ਕਿ ਦਲੀਏ ਦੀ ਫੈਕਟਰੀ ਹੋ ਗਈ, ਡੇਅਰੀ ਪ੍ਰੋਡਕਟਸ ਦੀ ਫੈਕਟਰੀ ਹੋ ਗਈ, ਹੈ ਨਾ, ਜਾਂ ਵੈਜੀਟੇਬਲਸ ਨੂੰ ਉਹਨਾਂ ਨੂੰ ਕਲੀਨ ਕਰਨ ਦੀ, ਉਹਨਾਂ ਦੀ ਮਾਰਕੀਟਿੰਗ ਕਰਨ ਦੀ ਫੈਕਟਰੀ ਹੋ ਗਈ। ਸੋ ਇਸ ਚੀਜ਼ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ। ਇਸ ਨਾਲ ਪਿੰਡਾਂ ਦੇ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਬਾਹਰ ਨਹੀਂ ਜਾਣਾ ਪਊਗਾ ਰੋਜ਼ਗਾਰ ਲਈ, ਉਹਨਾਂ ਨੂੰ ਪਿੰਡ ਦੇ ਵਿੱਚ ਹੀ ਰੋਜ਼ਗਾਰ ਮਿਲੂਗਾ। ਕਿਸਾਨ ਵੀ ਵੱਖ-ਵੱਖ ਭਾਂਤ ਦੀਆਂ ਫਸਲਾਂ ਬੀਜ ਸਕਦੇ ਆ। ਜੇ ਉਹਨਾਂ ਦੇ ਪਿੰਡ ਦੇ ਵਿੱਚ ਇੰਡਸਟਰੀ ਹੋਊਗੀ ਖਰੀਦਣ ਵਾਲੀ ਤਾਂ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ। ਉਹਨਾਂ ਨੂੰ ਮਾਰਕੀਟਿੰਗ ਸਾਰਿਆਂ ਤੋਂ ਵੱਡੀ ਪ੍ਰੋਬਲਮ ਹੁੰਦੀ ਆ, ਉਹਨਾਂ ਨੂੰ ਉਹ ਕਰਨ ਦੀ ਲੋੜ ਨਹੀਂ ਪੈਣੀ। ਸੋ ਇਸ ਚੀਜ਼ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ। ਸੋ ਮੇਰੀ ਲਾਸਟ ਤੇ ਅਖੀਰਲੀ ਜਿਹੜੀ ਮੇਰੀ ਬੇਨਤੀ ਹੈਗੀ ਆ ਉਹ ਹੈਗੀ ਆ ਸਾਡੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਸਾਹਿਬਾਨ ਨੇ, ਕਿ ਦੇਖੋ ਵੀਰੋ, ਆਪਾਂ ਕਿੰਨਾ ਸੰਘਰਸ਼ ਕਰਕੇ, ਕਿੰਨਾ ਆਪਾਂ 2 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਆਪਾਂ ਕਿੰਨਾ ਪ੍ਰੋਟੈਸਟ ਕੀਤਾ, ਆਖਰੀ ਦੇ ਵਿੱਚ ਜਾ ਕੇ ਜੋ ਆਪਣੀ ਸਰਕਾਰ ਨੇ ਨਹੀਂ ਸੁਣੀ ਤਾਂ ਆਪਾਂ ਦਿੱਲੀ ਨੂੰ ਕੂਚ ਕੀਤਾ। ਪਰ ਹਰਿਆਣੇ ਦੀ ਸਰਕਾਰ ਨੇ ਸਾਡੇ ਤੇ ਕੀ ਕੀਤਾ? ਸਟੇਟ ਟੈਰਰਿਜ਼ਮ। ਇਹਨੂੰ ਆਪਾਂ ਸਟੇਟ ਟੈਰਰਿਜ਼ਮ ਕਵਾਂਗੇ। ਪੀਸਫੁਲ ਪ੍ਰੋਟੈਸਟ ਸੀਗਾ, ਜਿਹੜੇ ਕਿਸਾਨ ਜਾ ਰਹੇ ਸੀ ਉਹਨਾਂ ਨੇ ਕੋਈ ਹੁੱਲੜਬਾਜ਼ੀ ਨਹੀਂ ਕੀਤੀ, ਕੁਛ ਨਹੀਂ ਸੀ ਕੀਤਾ। ਉਹਨਾਂ ਨੂੰ 3 ਲੇਅਰ ਦੀ ਸਿਕਿਉਰਿਟੀ ਲਾ ਕੇ ਇਹਨਾਂ ਨੇ ਰੋਕਿਆ, ਪਾਣੀ ਦੀਆਂ ਬਸ਼ਾਰਾਂ ਮਾਰੀਆਂ। ਇਹਨਾਂ ਦੀ ਬਦਨਾਮੀ ਤਾਂ ਬਹੁਤ ਹੋਈ ਆ, ਪਰ ਸਰਕਾਰ ਨਾਲ ਸਾਨੂੰ ਜਦੋਂ ਤੁਸੀਂ ਮੀਟਿੰਗ ਦੇ ਵਿੱਚ ਬੈਠਦੇ ਹੋ ਤਾਂ ਤੁਹਾਨੂੰ ਇਸ ਚੀਜ਼ ਬਾਰੇ ਜ਼ਰੂਰ ਗੱਲ ਕਰਨੀ ਚਾਹੀਦੀ ਆ ਕਿ ਇਸ ਦਾ ਹਿਸਾਬ ਕਿਤਾਬ ਕੌਣ ਕਰੂਗਾ। ਖੱਟੜ ਸਰਕਾਰ ਨੂੰ ਲਾਹਣਤਾਂ ਤਾਂ ਬਹੁਤ ਪਈਆਂ, ਪਰ ਉਹਨਾਂ ਤੇ ਕੋਈ ਸਖਤ ਐਕਸ਼ਨ ਵੀ ਹੋਣਾ ਚਾਹੀਦਾ। ਸੋ ਇਸ ਚੀਜ਼ ਬਾਰੇ ਮੀਟਿੰਗ ਦੇ ਵਿੱਚ ਜ਼ਰੂਰ ਗੱਲ ਹੋਣੀ ਚਾਹੀਦੀ ਆ। ਬਾਕੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਹੋ ਸਕਦਾ ਕਿਸੇ ਦਾ ਜਿਹੜਾ ਬੰਦਾ ਮੋਦੀ ਦਾ ਪੱਖ ਪੂਰ ਰਿਹਾ ਹੋਵੇ, ਇਹਨਾਂ ਕਾਨੂੰਨਾਂ ਦਾ ਪੱਖ ਪੂਰ ਰਿਹਾ ਹੋਵੇ, ਉਹਦਾ ਮਾਈਂਡ ਸੈੱਟ ਹੈ ਜਿਹੜਾ ਚੇਂਜ ਹੋ ਜੇ। ਸੋ ਸੁਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।